अस्सलाम वालेकुम तमाम व्यूअर्स, क्या हाल है? ठीक हो से ठीक है। उम्मीद है सब लोग ठीक होवोगे, खैरियत नाल होवोगे तो फिट फाट होवोगे। मैं एक दफ़ा फिर आ गया थोड़े अपने चैनल छानी 99 तो जिस तरह कि तुहानू पता है कि गल्लां चलदियां होंदियां साड़ियां कबूतरबाजी दियां। तो अज मैं तुहाडे नाल वीरां भरावां नाल गलबात करनी है। नवे कबूतर जिहड़े तुसीं लिआंदे हो उन्हां नू तुसीं हिलाना किस तरह है, तो कबूतर नू हिलाण दा जिहड़ा टाइम है वो सारिਆਂ ਤੋਂ ਬੈਸਟ टाइम ਕਿਹੜਾ कबूतर ਨੂੰ ਹਿਲਾਉਣ ਵਾਸਤੇ। ਤੇ ਚੀਜ਼ਾਂ ਉਹ ਹੀ ਤੁਹਾਨੂੰ ਦੱਸਾਂਗੇ ਜਿਹੜੀਆਂ ਤਜਰਬੇ ਵਿੱਚੋਂ ਗੁਜ਼ਰੀਆਂ ਨੇ। ਇੱਧਰ ਉੱਧਰ ਵਾਲੀਆਂ ਗੱਲਾਂ ਨਾ ਹੀ ਆਉਂਦੀਆਂ ਨੇ ਤੇ ਨਾ ਹੀ ਪਤਾ ਨੇ ਤੇ ਨਾ ਹੀ ਕਦੇ ਕੀਤੀਆਂ ਨੇ। ਗੱਲ ਉਹ ਹੀ ਹੈ ਜਿਹੜੀ ਤਜਰਬੇ ਵਿੱਚੋਂ ਤੁਹਾਡੇ ਵਿੱਚੋਂ ਗੁਜ਼ਰੀ ਹੋਵੇ ਉਹ ਹੀ ਗੱਲ ਤੁਸੀਂ ਕਰੋ ਨਵੇਂ ਜਿਤਨੇ ਵੀ ਕਬੂਤਰ ਪਰਵਰ ਭਰਾ ਨੇ ਉਹਨਾਂ ਵਾਸਤੇ। ਤੇ ਵੀਡੀਓ ਅੱਜ ਕੱਲ੍ਹ ਤੁਹਾਨੂੰ ਪਤਾ ਜਿਸ ਤਰ੍ਹਾਂ ਕਿ ਅਸੂ ਤੇ ਖੁੱਡੇ ਖਸੂ ਉਹ ਜਿਸ ਤਰ੍ਹਾਂ ਫੇਸਬੁੱਕ 'ਤੇ ਤੁਸੀਂ ਤੱਕਦੇ ਹੋ ਨਾ ਪਏ ਕਿ ਸਵਾਲ ਵੀ ਅੱਜ ਕੱਲ੍ਹ ਹੁੰਦੇ ਨੇ ਪਏ ਵਾ ਜੇਠ ਉਹ ਮੁਸ਼ਕਲ ਹੈ ਜਾਂ ਅਸੂ ਮੁਸ਼ਕਲ ਹੈ। ਤੇ ਅਸੂ ਜਿਹੜਾ ਨਾ ਉਹ ਜ਼ਿਆਦਾਤਰ ਉਸਤਾਦ ਇਹ ਯਾਦ ਨੇ ਪਏ ਕਿ ਅਸੂ ਜਿਹੜਾ ਨਾ ਉਹ ਮੁਸ਼ਕਲ ਹੈ। ਤੇ ਅਸੂ ਵਾਸਤੇ ਪਤਾ ਜੀ ਡਾਇਲਾਗ ਵੀ ਬੜਾ ਜ਼ਬਰਦਸਤ ਬਣੇ ਹੈ। ਅਸੂ ਤੇ ਖੁੱਡੇ ਖਸੂ। ਖੁੱਡੇ ਖਸੂ ਦਾ ਮਤਲਬ ਇਹ ਹੁੰਦਾ ਬਈ ਅਸੂ ਐਸੀ ਸ਼ੈ ਹੈ ਕਿ ਤੁਸੀਂ 150 200 ਕਬੂਤਰ ਵੀ ਅਗਰ ਤਿਆਰੀ ਵਿੱਚ ਪਾਏ ਆ ਨਾ ਤੇ ਕੀ ਪਤਾ ਐਂਡ ਤੇ ਜਾ ਕੇ ਤੁਹਾਡੇ ਖੁੱਡਿਆਂ ਵਿੱਚ 2 4 5 ਕਬੂਤਰ ਰਹਿ ਜਾਣ। ਕਿਉਂਕਿ ਇਹਦੇ ਵਿੱਚ ਮੌਸਮ ਜਿਹੜਾ ਨਾ ਉਹ ਬਹੁਤ ਤੰਗ ਕਰਦਾ ਕਬੂਤਰਬਾਜ਼ਾਂ ਨੂੰ ਤੇ ਕਬੂਤਰਾਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ। ਜਿਸ ਟਾਈਮ ਮੌਸਮ ਦਾ ਪਤਾ ਹੀ ਨਹੀਂ, ਸੁਬਹ ਮੌਸਮ ਠੀਕ ਹੈ, ਦਿਹਾੜੀ ਕੁਝ ਹੋਰ ਹੈ, ਸ਼ਾਮੀ ਕੁਝ ਹੋਰ ਹੈ, ਤੇ ਉਸ ਵਿੱਚ ਫਿਰ ਨਾ ਹੀ ਕਬੂਤਰਾਂ ਨੂੰ ਸਮਝ ਆਉਂਦੀ ਤੇ ਨਾ ਹੀ ਕਬੂਤਰਬਾਜ਼ ਜਿਹੜਾ ਉਸਤਾਦ ਹੁੰਦਾ ਉਹਨੂੰ ਸਮਝ ਆਉਂਦੀ ਜਿਹੜਾ ਕਬੂਤਰਾਂ ਦੇ ਥੱਲੇ ਹੁੰਦਾ। ਕਿਉਂ ਟਾਈਮ ਨਾਲ ਤਾਂ ਕੋਈ ਬੰਦਾ ਘੁਲ ਨਹੀਂ ਸਕਦਾ, ਮੌਸਮ ਨਾਲ ਕੋਈ ਬੰਦਾ ਵੀ ਮੁਕਾਬਲਾ ਨਹੀਂ ਕਰ ਸਕਦਾ। ਕਿਉਂ ਉਹਦੇ ਵਾਸਤੇ ਅੱਲਾ ਜੀ ਦਾ ਇੱਕ ਆਪਣਾ ਸਿਸਟਮ ਹੈ, ਇੱਕ ਆਪਣਾ ਹਿਸਾਬ ਕਿਤਾਬ ਹੈ। ਬੰਦਾ ਮੋਬਾਇਲਾਂ 'ਤੇ ਤੱਕ ਕੇ ਆਪਣੇ ਟਾਈਮ ਤੱਕ ਕੇ ਤੇ ਸਾਰਾ ਹਿਸਾਬ ਕਿਤਾਬ ਤੱਕ ਕੇ ਬੰਦਾ ਕਬੂਤਰ ਅੱਲਾ ਦਾ ਨਾਂ ਲੈ ਕੇ ਡਾ ਸਕਦਾ। ਮਗਰ ਜਿਸ ਤਰ੍ਹਾਂ ਮੌਸਮ ਦਿਹਾੜੀ ਹੋਣਾ ਹੈ ਉਹ ਰੱਬ ਦੀ ਜ਼ਾਤ ਹੀ ਬਿਹਤਰ ਜਾਣਦੀ ਹੈ। ਤੇ ਤੁਹਾਨੂੰ ਪਤਾ ਹੈ ਇਹ ਵਿਸਾਖ ਜਿਹੜਾ ਨਾ ਅਸੂ ਇਹ ਜਿਹੜਾ ਨਾ ਖੁੱਡੇ ਖਸੂ ਦੱਸਿਆ ਨੇ, ਇਹ ਖੁੱਡੇ ਵਾਕਈ ਖਸੂ ਕਰਦਾ, ਖੁੱਡੇ ਸਾਫ਼ ਕਰ ਛੱਡਦਾ ਬੰਦਿਆਂ ਦੇ। ਤੇ ਜਿਹੜਿਆਂ ਬੰਦਿਆਂ ਨੇ ਸੋਚਿਆ ਹੁੰਦਾ ਨਾ ਬਈ ਇਹ ਕਬੂਤਰ ਸਾਡੇ ਜੂਨ ਵਾਸਤੇ ਵੀ ਚੱਲਣ ਦੇ ਜਾਂ ਇਹ ਕਬੂਤਰ ਸਾਡੇ ਅੱਗੇ ਕੰਮ ਆ ਜਾਣ ਦੇ, ਉਹ ਭਾਈ ਜੀ ਪਹਿਲਾਂ ਅਸੂ ਤੇ ਲਗਾਓ ਨਾ। ਤੇ ਜੇਠ ਤੇ ਅਸੂ ਬੜੀ ਦੂਰ ਗੱਲ ਹੈ। ਤੇ ਉਹ ਗੱਲ ਮੇਨ ਵਾਲਾ ਆਉਂਦੇ ਆ ਕਿ ਬੱਚੇ ਤੁਸੀਂ ਲਾਣੇ ਕਿਸ ਤਰ੍ਹਾਂ ਨੇ। ਬੱਚੇ ਲਾਉਣ ਦਾ ਭਾਈ ਜੀ ਸਾਰਿਆਂ ਤੋਂ ਜ਼ਬਰਦਸਤ ਤਰੀਕਾ ਜਿਹੜਾ ਨਾ ਉਹ ਇਹ ਹੀ ਹੈ, ਜਿੱਥੋਂ ਕਿਧਰੋਂ ਵੀ ਤੁਸੀਂ ਬੱਚੇ ਲਿਆਉਂਦੇ ਹੋ ਉਹਨਾਂ ਬੱਚਿਆਂ ਨੂੰ ਲਿਆਓ, ਲਿਆ ਕੇ ਉਹਨਾਂ ਨੂੰ 2 3 4 ਦਿਹਾੜੇ ਜਾਲਾਂ ਦੇ ਵਿੱਚ ਨਾ ਰਹਿਣ ਦਿਓ। ਉਹਨਾਂ ਨੂੰ ਦੂਸਰੇ ਦਿਹਾੜੇ ਬਕਸੂਏ ਮਾਰੋ, ਲਿਆ ਕੇ ਇੱਕ ਦਿਹਾੜੇ ਉਹਨਾਂ ਨੂੰ ਜਾਲ ਵਿੱਚ ਰਹਿਣ ਦਿਓ। ਜਿਸ ਟਾਈਮ ਤੱਕ ਉਹ ਕਿ ਬੱਚਿਆਂ ਨੇ ਖਾਣਾ ਪੀਣਾ ਠੀਕ ਸ਼ੁਰੂ ਕਰ ਲਿਆ। ਕੋਈ ਬੱਚੇ ਹੁੰਦੇ ਨੇ ਬੁਰਾ ਬਣਾ ਜਾਂਦੇ ਨਹੀਂ ਖਾਂਦੇ। ਤੇ ਜਿਸ ਟਾਈਮ ਤੁਸੀਂ ਤੱਕਦੇ ਹੋ ਕਿ ਬੱਚੇ ਆਪਣੀ ਨਾਰਮਲ ਰੂਟੀਨ ਵਿੱਚ ਆ ਗਏ ਨੇ, ਬੱਚਿਆਂ ਨੂੰ ਜਗ੍ਹਾ ਪਸੰਦ ਆ ਗਈ ਹੈ, ਦੂਜੇ ਦਿਹਾੜੇ ਬੱਚਿਆਂ ਨੂੰ ਬਕਸੂਏ ਬਣੋ। ਬਕਸੂਏ ਬਣ ਕੇ ਤੇ ਬੱਚਿਆਂ ਨੂੰ ਤੁਸੀਂ ਜਾਲਾਂ 'ਤੇ ਛੱਡ ਦਿਓ। ਤੇ ਕਮ ਤੋਂ ਕਮ ਇਹ ਜਿਹੜਾ ਨਾ ਕੰਮ 5 ਦਿਹਾੜੇ ਲਾਜ਼ਮੀ ਤੁਸੀਂ ਜਿਹੜਾ ਨਾ ਇਹ ਤੁਸੀਂ ਡਿਊਟੀ ਥੋੜ੍ਹੀ ਸਖਤ ਹੋਣੀ ਹੈ ਮਗਰ ਦੇਣੀ ਲਾਜ਼ਮੀ ਹੈ। 5 ਦਿਹਾੜੇ ਘੱਟ ਤੋਂ ਘੱਟ ਤੁਸੀਂ ਬੱਚੇ ਜਿਹੜੇ ਨੇ ਉਹ ਜਾਲਾਂ 'ਤੇ ਚਾੜੋ। ਫਿਰ ਉਹਨਾਂ ਦਾ ਇੱਕ ਇੱਕ ਪਰ ਆਸਤਾ ਆਸਤਾ ਕਰਕੇ ਖੋਲ੍ਹਦੇ ਜਾਓ। ਜੇ ਅਗਰ ਤੁਸੀਂ ਪਹਿਲੇ 7 ਪਰਾਂ ਨੂੰ ਬਕਸੂਆ ਮਾਰਿਆ ਫਿਰ 6 ਕਰ ਦਿਓ, ਫਿਰ 5 ਕਰ ਦਿਓ। ਤੇ ਇਸੇ ਤਰ੍ਹਾਂ ਜਿਸ ਟਾਈਮ ਬੱਚਿਆਂ ਦੇ ਆਖਰੀ 3 4 ਪਰ ਰਹਿ ਜਾਂਦੇ ਨਾ ਬਕਸੂਆਂ ਵਿੱਚ, ਫਿਰ ਉਹ ਬੱਚੇ ਇਤਨੀ ਦੇਰ ਉਹਨਾਂ ਨੂੰ ਚੌਥਾ ਪੰਜਵਾਂ ਦਿਨ ਵੀ ਹੋ ਗਿਆ ਹੋਵੇਗਾ। ਉਹ ਫਿਰ ਕੀ ਹੋਵੇਗਾ ਕਿ ਬੱਚਿਆਂ ਨੂੰ ਤੁਸੀਂ ਜਾਲ ਤੋਂ ਜਿਤਨਾ ਹੇਠ ਉੱਤੇ ਜਿਤਨਾ ਜ਼ਿਆਦਾ ਬੱਚਿਆਂ ਨੂੰ ਢਾਲੋ ਚਾੜੋਗੇ ਨਾ ਜਾਲ 'ਤੇ, ਉਹ ਹੀ ਬੱਚੇ ਜ਼ਿਆਦਾ ਛੱਤ ਪੱਕੀ ਕਰਦੇ ਨੇ। ਤੇ ਜਿਹੜਾ ਬੱਚਾ ਦਿਹਾੜੀ ਸਾਰੀ ਜਾਲ 'ਤੇ ਬੈਠਾ ਰਹੇ ਥੱਲੇ ਨਾ ਲਵੇ, ਉਹ ਬੱਚਾ ਛੱਤ ਇਤਨੀ ਮਜ਼ਬੂਤ ਨਹੀਂ ਕਰਦਾ ਜਿਤਨਾ ਬੱਚਾ ਦਿਹਾੜੀ ਸਾਰੀ ਹੇਠ ਉੱਤੇ ਹੁੰਦਾ ਰਹਿੰਦਾ ਜਾਂ 2 4 5 ਗੇੜੇ ਮਾਰ ਕੇ ਜਿਹੜਾ ਬੱਚਾ ਬਹਿੰਦਾ ਰਹਿੰਦਾ ਨਾ ਉਹ ਹੀ ਬੱਚਾ ਛੱਤ ਪੱਕੀ ਕਰਦਾ। ਤੇ ਜਿਹੜਾ ਬੱਚਾ ਇੱਕਦਮ ਉੱਠ ਕੇ ਸਮਾਨ ਟੁਰ ਜੇ ਉਹ ਬੱਚੇ ਭਾਈ ਜੀ ਜ਼ਿਆਦਾਤਰ ਉਹਨਾਂ ਰੇਸ਼ੋ ਹੁੰਦੀ ਆ, ਉਹ ਬੱਚੇ ਜ਼ਾਇਆ ਹੋ ਜਾਂਦੇ ਨੇ। ਕਿਉਂ ਉਹਨਾਂ ਨੇ ਥੱਲੇ ਫਿਰ ਕੇ ਆਪਣਾ ਘਰ ਨਹੀਂ ਤੱਕਿਆ ਹੁੰਦਾ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕੁਝ ਵੀਰ ਭਰਾ ਆਪਣੇ ਕਬੂਤਰਾਂ ਦੀ ਬੱਚਿਆਂ ਦੀ ਅਪਡੇਟ ਵੀ ਦਿੰਦੇ ਨੇ। ਬੱਚੇ ਉੱਠਦੇ ਨੇ, ਉੱਠ ਕੇ ਦਿਹਾੜੀ ਸਾਰੀ ਫਿਰਦੇ ਰਹਿੰਦੇ ਨੇ। ਤੇ ਫਿਰ ਉਹਦੇ ਤੋਂ ਬਾਅਦ ਅੱਗੇ ਤੁਸੀਂ ਦੇਖਣਾ ਕਿ ਬੱਚੇ ਦਾ ਕਬੂਤਰ ਦੀ ਪਰਖ ਜਾਂ ਬੱਚੇ ਦੀ ਪਰਖ ਦਾ ਇੱਥੇ ਹੀ ਬੰਦੇ ਨੂੰ ਆ ਕੇ ਪਤਾ ਲੱਗਦਾ ਕਿ ਯਾਰ ਮੇਰੇ ਇਸ ਕਬੂਤਰ ਦੇ ਵਿੱਚ ਕਿਤਨਾ ਕੁ ਗੈਟਸ ਹੈ ਕਿ ਇਹ ਮੇਰਾ ਕਬੂਤਰ ਅਗਰ ਮੈਂ ਅੱਜ ਡਾਇਆ ਅਸਮਾਨ ਬੰਦ ਹੋ ਕੇ ਇਤਨੇ ਘੰਟੇ ਉੱਡਿਆ ਤੇ ਅਗਲੇ ਦਿਹਾੜੇ ਕਿਆ ਮੈਂ ਇਹਨੂੰ ਢਕਣਾ ਹੈ
ਜਾਂ ਨਹੀਂ ਡਕਣਾ, ਉਹਦੇ ਵਿੱਚ ਵੀ ਆ ਕੇ ਬਹੁਤ ਜ਼ਿਆਦਾ ਕਿਉਂ ਬੱਚੇ ਪਹਿਲੀ ਵਾਰੀ ਜ਼ੋਰ ਮਾਰਦੇ ਨੇ, ਬੰਦੇ ਸਮਝਦੇ ਨੇ ਕਿ ਯਾਰ ਬੱਚੇ ਠੀਕ ਹੋ ਗਏ ਨੇ, ਲੱਗ ਗਏ ਨੇ, ਬਲਕਿ ਇਸ ਤਰ੍ਹਾਂ ਨਹੀਂ। ਬੱਚੇ ਜਦ ਤੱਕ ਤੁਹਾਡੇ 10 8 ਤੋਂ 10 ਵਾਰੀ ਕਮ ਤੋਂ ਕਮ ਜਿਹੜਾ ਨਾ, ਮੈਂ ਘੱਟ ਤੋਂ ਘੱਟ ਆਉਣਾ ਪਿਆ, 8 ਤੋਂ 10 ਵਾਰੀ ਤੁਹਾਡੇ ਬੱਚੇ ਸਹੀ ਅਸਮਾਨ ਡੁੱਬਣ, ਬਿਲਕੁਲ ਨਜ਼ਰਾਂ ਤੁਹਾਡੀਆਂ ਤੋਂ ਓਝਲ ਹੋਣ, ਡੁੱਬ ਕੇ ਵਾਪਸ ਆਵਣ। 8 ਤੋਂ 10 ਵਾਰੀ ਜਿਹੜਾ ਬੱਚਾ ਡੁੱਬ ਕੇ ਵਾਪਸ ਆਵੇਗਾ ਘਰ, ਉਹਦੇ ਤੁਸੀਂ ਫਿਰ 50% ਚਾਂਸ ਕਰ ਲੈਂਦੇ ਹੋ ਕਿ ਯਾਰ ਇਹ ਬੱਚਾ ਅੱਗੇ ਸਾਡਾ ਆ ਜਾਏਗਾ। ਤੇ ਜਿਹੜਾ ਬੱਚਾ ਸਾਹਮਣੇ ਰਹਿ ਕੇ ਫਿਰ ਕੇ ਮਤਲਬ 5 7 10 ਟਾਵਰ ਉੱਚਾ ਜਾ ਕੇ ਫਿਰਦਾ ਪਿਆ ਤੇ ਵਾਪਸ ਘਰ ਆ ਜਾਂਦਾ, ਉਸ ਬੱਚੇ ਤੇ ਉਹ ਯਕੀਨ ਨਹੀਂ ਤੁਸੀਂ ਕਰ ਸਕਦੇ ਜਿਹੜਾ ਬੱਚਾ ਤੁਹਾਨੂੰ 8 10 ਫਿਰ ਤਾਂ ਸਮਾਨ ਡੁੱਬ ਕੇ ਘਰ ਆਉਂਦਾ ਪਿਆ, ਜਿਹੜਾ ਤੁਸੀਂ ਉਹਦੇ ਤੇ ਯਕੀਨ ਕਰ ਸਕਦੇ ਹੋ। ਤੇ ਇਹਨਾਂ ਬੱਚਿਆਂ ਨੂੰ ਤੁਸੀਂ ਕੱਢਣਾ ਸ਼ਾਮ ਦੇ ਟਾਈਮ ਹੈ ਹਮੇਸ਼ਾ। ਜਿਸ ਟਾਈਮ ਤੁਸੀਂ ਬੱਚਿਆਂ ਦੇ ਪਰ ਜਿਸ ਦਿਨ ਖੋਲ੍ਹਦੇ ਹੋ ਨਾ, ਜਾਂ ਆਖਰੀ 3 4 ਪਰ ਉਹਨਾਂ ਦੇ ਬਕਸੂਵਿਆਂ ਜਿਸ ਟਾਈਮ ਰਹਿ ਜਾਂਦੇ ਨੇ, ਤੁਸੀਂ ਤੱਕਦੇ ਹੋ ਬੱਚੇ ਸਾਡੇ ਹੇਠ ਉੱਤੇ ਹੁੰਦੇ ਨੇ, ਜਾਲਾਂ ਤੋਂ ਸਹੀ ਆਰਾਮ ਨਾਲ ਹੇਠ ਉੱਤੇ ਹੋ ਜਾਂਦੇ ਨੇ। ਫਿਰ ਉਹਨਾਂ ਬੱਚਿਆਂ ਨੂੰ ਤੁਸੀਂ ਕੋਸ਼ਿਸ਼ ਇਹੀ ਕਰਨੀ ਹੈ ਕਿ ਸ਼ਾਮੀ ਉਹਨਾਂ ਨੂੰ ਹਨੇਰੇ ਵਿੱਚ ਦਾਣਾ ਪਾਉਣਾ ਹੈ। ਜਿਤਨੇ ਵੀ ਵੱਡੇ ਉਸਤਾਦ ਤੁਸੀਂ ਤੱਕਦੇ ਹੋ ਕਿ ਉਹ ਕਬੂਤਰਾਂ ਨੂੰ ਦਾਣਾ ਰਾਤੀ ਲਾਈਟ ਵਿੱਚ ਪਾਉਂਦੇ ਨੇ ਪਏ, ਲਾਈਟ ਵਿੱਚ ਸਿਰਫ ਇਸ ਗੱਲੇ ਪਾਉਂਦੇ ਨੇ ਪਏ ਕਿ ਉਹ ਨਜ਼ਰ ਕਬੂਤਰ ਦੀ ਪੱਕੀ ਕਰਨੀ ਹੁੰਦੀ ਹੈ ਲਾਈਟਾਂ ਦੇ ਵਿੱਚ। ਤੇ ਜਿਸ ਟਾਈਮ ਕਬੂਤਰ ਨੂੰ ਭੁੱਖ ਵੀ ਲੱਗੀ ਹੋਵੇ ਦੀ, ਤੇ ਉਹ ਆਟੋਮੈਟਿਕ ਜਿਸ ਟਾਈਮ ਤੁਸੀਂ ਉਹਨਾਂ ਨੂੰ ਕਬੂਤਰ ਪਤਾ ਸ਼ਾਮ ਦੇ ਟਾਈਮ ਜਿਸ ਟਾਈਮ ਖੁੱਡੇ ਵੱਲ ਜ਼ੋਰ ਦਿੰਦਾ ਨਾ, ਉਸ ਟਾਈਮ ਤੁਸੀਂ ਕਬੂਤਰ ਨੂੰ ਜਿਤਨਾ ਵੀ ਨਵਾਂ ਕਬੂਤਰ ਹੈ ਤੁਸੀਂ ਆਖਦੇ ਜਿਹੜਾ ਕਬੂਤਰ ਨੱਸ ਜੇਦਾ, ਸ਼ਾਮੀ ਜਿਸ ਟਾਈਮ ਕਬੂਤਰ ਦਾ ਦਿਲ ਕਰਦਾ ਨਾ ਪਿਆ ਵਾ ਮੈਨੂੰ ਖੁੱਡੇ ਵਿੱਚ ਕੱਢੋ, ਉਸ ਟਾਈਮ ਤੁਸੀਂ ਉਹ ਕਬੂਤਰ ਨੂੰ ਜਾਲ ਵਿੱਚ ਬਾਹਰ ਕੱਢ ਦਿਓ। ਉਹ ਭਾਈ ਜੀ ਕਦੇ ਵੀ ਨਹੀਂ ਉੱਡਣ ਲਗਾ। ਇਹਨਾਂ ਨੂੰ ਵੀ ਰੱਬ ਦੀ ਜ਼ਾਤ ਨੇ ਇਤਨਾ ਕੁ ਦਿਮਾਗ ਦਿੱਤੇ ਹੈ ਕਿ ਯਾਰ ਇਹ ਹੁਣ ਸ਼ਾਮ ਦਾ ਟਾਈਮ ਘਰ ਜਾਣ ਦਾ ਨਾ ਕਿ ਉੱਡਣ ਦਾ ਟਾਈਮ ਹੈ। ਉੱਡਣਾ ਉਹਨੇ ਹੀ ਹੈ ਜਿਹਨੂੰ ਜ਼ਿਆਦਾ ਬਾਹਰ ਤੁਸੀਂ ਕੱਢ ਕੇ ਤੰਗ ਕਰਨਾ, ਉਹ ਹੀ ਕਬੂਤਰ ਉੱਡਣਾ ਹੈ, ਜਾਂ ਜਿਹੜਾ ਕਬੂਤਰ ਨਾਰਮਲ ਰੂਟੀਨ ਵਿੱਚ ਆ ਜਾਣਾ ਉਹਨੇ ਹੀ ਉੱਡਣਾ। ਇੱਕ ਇਹ ਤਰੀਕਾ ਹੋ ਗਿਆ ਕਬੂਤਰਾਂ ਨੂੰ ਲਾਉਣ ਦਾ ਕਿ ਸ਼ਾਮੀ ਜਿਸ ਟਾਈਮ ਕਬੂਤਰ ਖੁੱਡੇ ਵਿੱਚ ਜਾਣ ਦੀ ਕੋਸ਼ਿਸ਼ ਕਰਨ, ਉਹ ਆਖਣ ਸਾਨੂੰ ਡਕੋ, ਤੁਸੀਂ ਉਸ ਟਾਈਮ ਉਹਨਾਂ ਨੂੰ ਡਕਣਾ ਨਹੀਂ। ਇਹ ਹੀ ਸਾਈਕੋ ਹੈ, ਇਹ ਕਬੂਤਰਾਂ ਦੀ ਸਾਈਕੋ ਫੜਨੀ ਹੁੰਦੀ ਹੈ। ਅਤੇ ਕਬੂਤਰਾਂ ਨੂੰ ਤੁਸੀਂ ਉਸ ਟਾਈਮ ਬਾਹਰ ਕੱਢੋ ਜਿਸ ਟਾਈਮ ਉਹਨਾਂ ਦਾ ਦਿਲ ਹੈ ਕਿ ਸਾਨੂੰ ਖੁੱਡੇ ਵਿੱਚ ਡਕਣ। ਉਹ ਫਿਰ ਕਬੂਤਰ ਆਪਣੇ ਖੁੱਡੇ ਦੀ ਜ਼ੋਰ ਦੀ ਵਜ੍ਹਾ ਤੋਂ ਜਿਹੜਾ ਹੈ ਨਾ, ਉਹਦਾ ਦਿਲ ਹੋਵੇਗਾ ਵਾ ਮੈਂ ਖੁੱਡੇ ਵਿੱਚ ਹੀ ਜਾਵਾਂ, ਮੈਨੂੰ ਬਾਹਰ ਨਾ ਕੱਢੇ। ਅਤੇ ਉਹ ਫਿਰ ਇਸ ਤਰ੍ਹਾਂ ਕਬੂਤਰ ਤੁਹਾਡੇ ਬਹੁਤ ਅੱਛੇ ਅਤੇ ਜ਼ਬਰਦਸਤ ਹਿਲ ਜਾਂਦੇ ਨੇ। ਅਤੇ ਫਿਰ ਜਿਹੜੇ ਕਬੂਤਰ ਬੰਦੇ ਫੜੇ ਫੜਾਏ ਲਿਆਉਂਦੇ ਨੇ ਪਏ ਨਵੀਆਂ ਛੱਤਾਂ 'ਤੇ ਛੱਡਣ ਵਾਸਤੇ, ਜਿਨ੍ਹਾਂ ਵੀਰਾਂ ਭਰਾਵਾਂ ਨੇ ਨਵੇਂ ਕਬੂਤਰ ਲਿਆਉਣੇ ਨੇ, ਉਹ ਇੱਕ ਪਿੰਡੀ ਦੇ ਉਸਤਾਦ ਨੇ, ਉਹਨਾਂ ਦਾ ਨਾਂ ਹੈ ਉਸਤਾਦ ਜਮੀਲ। ਅਤੇ ਜਿਸ ਟਾਈਮ ਉਹਨਾਂ ਕੋਲ ਜਾਈਦਾ ਹੁੰਦਾ ਹੈ ਨਾ, ਅਤੇ ਗੱਪਸ਼ੱਪ ਮਾਰਨ ਜਾਂਦੇ ਯਾਰ ਦੋਸਤ ਭਰਾਵਾਂ ਹਿਸਾਬ ਆ ਉਹਨਾਂ ਨਾਲ, ਅਤੇ ਉਹ ਆਖਦੇ ਹੁੰਦੇ ਕਿ ਯਾਰ ਇਹ ਜਿਹੜੇ ਕਬੂਤਰ ਬਾਹਰੋਂ ਮੰਗਾਏ ਨੇ ਨਾ, ਉਹ ਕਬੂਤਰ ਜਦੋਂ ਉਹਨਾਂ ਦੇ ਹੋ ਜਾਂਦੇ ਸੀ ਨਾ, ਮਤਲਬ ਹਲੇ ਖੁਸ਼ਕ ਨਹੀਂ ਹੁੰਦੇ ਸੀ, ਅਤੇ ਕਬੂਤਰ ਜਿਹੜਾ ਨਾ ਜਾਲਿਆਂ ਤੋਂ ਬਾਹਰ ਹੇਠ ਉੱਤੇ ਕੱਢਦੇ ਰਹਿੰਦੇ ਸੀ। ਹਰ ਬੰਦੇ ਦੀ ਆਪਣੀ ਆਪਣੀ ਤਰਤੀਬ ਹੁੰਦੀ ਹੈ। ਬੰਦੇ ਕੱਚੀਆਂ ਗੁੱਲੀਆਂ ਵਿੱਚ ਹੀ ਕਈ ਕਬੂਤਰ ਹਿਲਾ ਲੈਂਦੇ ਨੇ, ਮਤਲਬ ਉਹਨਾਂ ਨੂੰ ਕਬੂਤਰ ਨੂੰ ਤਰਾਸ਼ਰਾ ਨਾ ਪਵੇ, ਅਤੇ ਫਿਰ ਉਹ ਕੱਚੀਆਂ ਗੁੱਲੀਆਂ ਵਿੱਚ ਹੀ ਅੱਧਾ ਕੁ ਘਰ ਉਹ ਥੱਲੇ ਛੱਤ ਆਪਣੀ ਜਾਣ ਜਾਂਦਾ। ਅਤੇ ਉਹਨਾਂ ਕੋਲ ਜਾਣਾ ਕਰਨਾ, ਅਤੇ ਉਹਨਾਂ ਨੇ ਨਾ ਗੁੜ ਮੰਗਾ ਕੇ ਸ਼ੱਕਰ ਮੰਗਾ ਕੇ ਨਾ, ਅਤੇ ਵੱਡੀ ਜਿਹੜੀ 8 10 ਕਿਲੋ ਪਾਣੀ ਵਾਲੀ ਹੁੰਦੀ ਨਾ ਪਰਾਤ ਪਾਣੀ ਵਾਲੀ, ਉਸ ਪਰਾਤ ਦੇ ਵਿੱਚ ਉਹਨਾਂ ਨੇ ਪਾਣੀ ਪਾ ਕੇ ਅਤੇ ਗੁੜ ਦੇ ਵਿੱਚ ਨਾ ਥੋੜ੍ਹਾ ਮਿਕਸ ਕਰ ਛੱਡਣਾ। ਅਤੇ ਅਸੀਂ ਆਉਣਾ ਉਸਤਾਦ ਜਮੀਲ ਇਹ ਤੁਸੀਂ ਕੀ ਕੀਤਾ ਹੈ? ਉਸਤਾਦ ਜਮੀਲ ਨੇ ਆਉਣਾ, ਓਏ ਸਮਝੋ ਮੇਰੀ ਗੱਲੇ ਨੂੰ, ਅਸੀਂ ਆਉਣਾ ਉਸਤਾਦ ਜੀ ਉਹ ਕਿਹੜੀ ਗੱਲ ਹੈ? ਅਤੇ ਉਸਤਾਦ ਜਮੀਲ ਨੇ ਆਉਣਾ ਕਰਨਾ ਯਾਰਾ ਜਿਹੜਾ ਕਬੂਤਰ ਨਵਾਂ ਕਿਧਰੋਂ ਆਇਆ ਨਾ ਬਾਹਰ, ਮੈਨੂੰ ਪੂਰਾ ਪੱਕਾ ਯਕੀਨ ਹੈ ਕਿ ਅੱਜ ਤੱਕ ਇਹਨਾਂ ਨੂੰ ਕਿਸੇ ਨੇ ਮਿੱਠਾ ਪਾਣੀ ਨਹੀਂ ਪਿਆਇਆ ਹੋਣਾ। ਅਤੇ ਜਾਨਵਰ ਜਿਹੜਾ ਨਾ ਉਹਨੂੰ ਹਿਲਾਉਣ ਵਾਸਤੇ ਪਿਆਰ ਮਿਠਾਸ ਇਹ ਬੜੀ ਜ਼ਰੂਰੀ ਹੁੰਦੀ ਹੈ। ਅਤੇ ਉਸ ਬੰਦੇ ਨੇ ਮੈਂ ਤੱਕਿਆ ਜਦੋਂ ਉਹਨੇ ਗੁੜ ਵਾਲਾ ਪਾਣੀ ਕਬੂਤਰਾਂ ਨੂੰ ਸਿਰਫ ਇੱਕੋ ਵਾਰੀ ਪਿਆਣਾ, ਜਦੋਂ ਨਵੇਂ ਲਿਆਉਣੇ ਨਾ ਉਹਨਾਂ ਨੂੰ ਇੱਕੋ ਵਾਰੀ ਪਾਣੀ ਪਿਆਣਾ ਗੁੜ ਵਾਲਾ, ਅਤੇ ਆਟੋਮੈਟਿਕ ਕਬੂਤਰਾਂ ਦੇ ਅੰਦਰੋਂ ਵਾਸ਼ ਵੀ ਹੋ ਜਾਣਾ, ਉਹਨਾਂ ਦੇ ਹਾਜ਼ਮੇ ਵੀ ਠੀਕ ਹੋ ਜਾਣੇ ਨੇ, ਮਿੱਠਾ ਪਾਣੀ ਵੀ ਉਹਨਾਂ ਪੀ ਲੈਣਾ। ਉਹਨਾਂ ਦੀ ਗਰਮੀਆਂ 'ਚ ਅਗਰ ਜੇ ਪੀਣਾ ਨੇ ਤਾਂ ਉਹਨਾਂ ਦਾ ਅੰਦਰ ਵੀ ਜਿੰਜ ਅਸੀਂ ਗੁੜ ਵਾਲਾ ਪਾਣੀ ਬਣਾ ਕੇ ਪੀਣਿਆਂ ਦੇ ਸਕੂਨ ਮਾਹੌਲ ਹੋ ਜਾਂਦਾ, ਇੰਝ ਹੀ ਕਬੂਤਰਾਂ ਦਾ ਵੀ ਸਕੂਨ ਮਾਹੌਲ ਹੋ ਜਾਂਦਾ। ਅਤੇ ਉਹ ਉਹਨਾਂ ਨੇ ਬੜਾ ਵੱਡਾ ਇਹ ਇੱਕ ਪ੍ਰੈਕਟੀਕਲ ਚੀਜ਼ ਦੱਸੀ ਕਿ ਬਾਹਰ ਵਾਲੇ ਕਬੂਤਰ ਨੂੰ ਅਗਰ ਤੁਸੀਂ ਆਪਣੇ ਘਰ ਕਬੂਤਰ ਦੀ ਪਸੰਦੀਦਾ ਅਗਰ ਚੀਜ਼ ਜੇ ਤੁਹਾਨੂੰ ਅਗਰ ਮਿੱਠੀ ਚੀਜ਼ ਹੋਣੀ ਚਾਹੀਦੀ ਗੱਲ ਹੈ, ਕੋਈ ਵੀ ਜਾਨਵਰ ਹੈ ਤੁਸੀਂ ਉਹਨੂੰ ਦੋ ਦਿਓ ਬੜੀ ਪਸੰਦ ਕਰੇਗਾ। ਅਤੇ ਇਹ
ਤੁਸੀਂ ਆਪਣੇ ਜਿਹੜੇ ਨਵੇਂ ਕਬੂਤਰ ਲਿਆਉਂਦੇ ਹੋ ਉਹਨਾਂ ਨੂੰ ਕੋਸ਼ਿਸ਼ ਕਰਕੇ ਇੱਕ ਵਾਰੀ ਲਾਜ਼ਮੀ ਜਿਹੜਾ ਉਹਨਾਂ ਦਾ ਗੁੜ ਵਾਲਾ ਪਾਣੀ ਉਹਨਾਂ ਨੂੰ ਮਿੱਠਾ ਦਿਆ ਕਰੋ। ਤੇ ਜਦੋਂ ਵੀ ਵੀਰੋ ਗਰਮ ਪਾਣੀ ਤੁਸੀਂ ਕਬੂਤਰਾਂ ਨੂੰ ਜਾਂ ਕੋਈ ਵੀ ਗੁੜ ਵਾਲਾ ਪਾਣੀ ਜਾਂ ਦੂਸਰਾ ਤੀਸਰਾ ਪਾਣੀ ਦਿੰਦੇ ਹੋ, ਉਹਦੇ ਤੋਂ ਅਗਲੇ ਦਿਨ ਕਬੂਤਰ ਕੱਢ ਕੇ ਕਦੇ ਵੀ ਨਹੀਂ ਡਾਣੇ, ਕਿਉਂਕਿ ਕਬੂਤਰ ਫਿਰ ਕੋਈ ਚੀਜ਼ਾਂ ਨਾਲ ਗਰਮ ਹੋ ਜਾਂਦੇ ਨੇ। ਕਈਆਂ ਕਬੂਤਰਾਂ ਨਾਲ ਸਫਾਈ ਹੋਈ ਹੁੰਦੀ ਹੈ, ਜਾਨਵਰ ਹਲਕਾ ਫੁਲਕਾ ਹੋਇਆ ਹੁੰਦਾ ਤੇ ਉਹ ਫਿਰ ਉਹਦਾ ਦਿਲ ਕਰਦਾ ਵਾ ਮੈਂ ਉੱਡਾਂ ਹਿੱਟ ਮਾਰਾਂ। ਤੇ ਇਸ ਗੱਲੇ ਤੁਸੀਂ ਵੀ ਜਿਹੜਾ ਇਹ ਚੀਜ਼ਾਂ ਇਹ ਤਰੀਕੇ ਚੈੱਕ ਕਰਦੇ ਰਹਿਆ ਕਰੋ। ਤੇ ਵੀਡੀਓ ਅਗਰ ਅੱਜ ਦੀ ਅੱਛੀ ਲੱਗੇ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਤੇ ਲਾइक शेयर लाजमी करना है। फी मान ला पाकिस्तान जिंदाबाद, पाकिस्तान पाइंदाबाद, यार सलामत है सोबत बाकी।